ਸਤਿ ਸ਼੍ਰੀ ਅਕਾਲ ਦੋਸਤੋ। ਲਵ 23 ਲੈਂਡ ਦਿਲ ਸੇ ਬਾਈ ਨੀਲੂ ਨੂੰ ਪਿਆਰ ਦੇਣ ਦੇ ਲਈ ਤਹਿ ਦਿਲੋਂ ਸ਼ੁਕਰੀਆ। ਮੈਂ ਹਾਂ ਨੀਲੂ ਸ਼ਰਮਾ। ਜਿਸ ਤਰ੍ਹਾਂ ਤੁਸੀਂ ਮੇਰੀਆਂ ਕਹਾਣੀਆਂ ਨੂੰ ਪਿਆਰ ਦੇ ਰਹੇ ਹੋ, ਉਸ ਨਾਲ ਮੈਨੂੰ ਮੋਟੀਵੇਸ਼ਨ ਵੀ ਮਿਲ ਰਹੀ ਹੈ ਕਿ ਮੈਂ ਹੋਰ ਵੀ ਵਧੀਆ ਕਹਾਣੀਆਂ ਲੈ ਕੇ ਤੁਹਾਡੇ ਰੂਬਰੂ ਹੋਵਾਂ। ਇਹ ਸਿਰਫ ਕਹਾਣੀਆਂ ਹੀ ਨਹੀਂ, ਬਲਕਿ ਮੇਰੀ ਜ਼ਿੰਦਗੀ ਦੇ ਵਿੱਚ ਆਏ ਕੁਝ ਲੋਕਾਂ ਦੀ ਹੱਡਬੀਤੀ ਵੀ ਹੈ, ਜਿਸ ਨੂੰ ਮੈਂ ਸ਼ਬਦਾਂ ਦੇ ਵਿੱਚ ਪਿਰੋਣ ਦੀ ਕੋਸ਼ਿਸ਼ ਕਰਦੀ ਹਾਂ। ਮੇਰੀ ਕੋਸ਼ਿਸ਼ ਹੈ ਕਿ ਮੈਂ ਤੁਹਾਡੇ ਸਾਹਮਣੇ ਸਮਾਜ ਦੇ ਵੱਖ-ਵੱਖ ਹਿੱਸਿਆਂ ਦੀ ਤਸਵੀਰ ਪੇਸ਼ ਕਰਾਂ ਤਾਂ ਜੋ ਸਾਨੂੰ ਸਹੀ ਤੇ ਚੰਗੀ ਸੇਧ ਮਿਲ ਸਕੇ। ਤੇ ਅੱਜ ਦੀ ਕਹਾਣੀ ਕੁਝ ਇਸ ਤਰ੍ਹਾਂ ਦੀ ਹੈ। ਪੁਰਾਣੇ ਸਮਿਆਂ ਦੇ ਵਿੱਚ ਸਾਡੇ ਵੱਡੇ ਵਡੇਰੇ ਸਮਝਾਇਆ ਕਰਦੇ ਸੀ, ਲਾਲਚ ਕਰਨਾ ਬੁਰੀ ਬਲਾ ਹੈ, ਪਰ ਸਾਨੂੰ ਕਿੱਥੇ ਸਮਝ ਆਉਂਦੀ। ਜਿਸ ਤਰ੍ਹਾਂ ਬਾਕੀ ਗੱਲਾਂ ਕੰਨੋਂ ਕੱਢ ਦਿੱਤੀਆਂ, ਉਸੇ ਤਰ੍ਹਾਂ ਇਸ ਗੱਲ ਨੂੰ ਵੀ ਅਣਸੁਣਿਆ ਕਰ ਕਦੇ ਅਮਲ ਹੀ ਨਹੀਂ ਕੀਤਾ। ਅਸੀਂ ਛੁੱਟੀਆਂ ਦੇ ਵਿੱਚ ਆਪਣੀ ਨਾਨੀ ਦੇ ਘਰ ਜਾਇਆ ਕਰਦੇ ਸੀ ਤੇ ਨਾਨੀ ਹਰ ਰੋਜ਼ ਇੱਕ ਨਵੀਂ ਕਹਾਣੀ ਸੁਣਾਉਂਦੀ। ਨਾਨੀ ਦੀ ਕਹਾਣੀ ਨੇ ਮੈਨੂੰ ਜ਼ਿੰਦਗੀ ਭਰ ਸੋਚਣ ਲਈ ਮਜਬੂਰ ਵੀ ਕੀਤਾ। ਇੱਕ ਅਜਿਹੀ ਹੀ ਕਹਾਣੀ ਸੀ, ਪਰ ਆਪਣੇ ਵੱਡੇ ਹੁੰਦਿਆਂ ਤੱਕ ਵੀ ਮੈਂ ਉਸ ਕਹਾਣੀ ਨੂੰ ਕਦੇ ਭੁੱਲ ਨਹੀਂ ਪਾਇਆ। ਉਹ ਕਹਾਣੀ ਕੁਝ ਇਸ ਤਰ੍ਹਾਂ ਸੀ। ਦੂਰ ਜੰਗਲ ਤੋਂ ਉਸ ਪਾਰ ਇੱਕ ਛੋਟਾ ਜਿਹਾ ਪਿੰਡ ਸੀ, ਜਿੱਥੇ ਜ਼ਿਆਦਾ ਲੋਕ ਤਾਂ ਨਹੀਂ ਰਹਿੰਦੇ, ਪਰ ਹਾਂ 50 ਕੁ ਪਰਿਵਾਰਾਂ ਦਾ ਰਹਿਣ ਬਸੇਰਾ ਸੀ ਉੱਥੇ। ਉਸ ਪਿੰਡ ਦੇ ਵਿੱਚ ਇੱਕ ਬਜ਼ੁਰਗ ਜੋੜਾ ਰਹਿੰਦਾ ਸੀ। ਕੋਈ ਬੱਚਾ ਨਹੀਂ ਸੀ ਉਹਨਾਂ ਦਾ, ਇਸ ਲਈ ਘਰ ਨੂੰ ਚਲਾਉਣ ਦੇ ਲਈ ਰਾਮ ਸਿੰਘ ਜੰਗਲ ਪਾਰ ਕਰ ਸ਼ਹਿਰ ਨੂੰ ਜਾਂਦਾ ਤੇ ਸ਼ਾਮਾਂ ਨੂੰ ਵਾਪਸੀ ਕਰਦਾ। ਰਾਮ ਸਿੰਘ ਹਫ਼ਤੇ ਦੇ ਵਿੱਚ 3 ਦਿਨ ਸ਼ਹਿਰ ਜਾਂਦਾ ਤੇ ਦੂਜੇ ਪਾਸੇ ਉਸ ਦੀ ਵਹੁਟੀ ਬੰਸਰੀ ਹਰ ਰੋਜ਼ ਦਰਵਾਜ਼ੇ ਦੇ ਵਿੱਚ ਖੜ ਉਸ ਦਾ ਇੰਤਜ਼ਾਰ ਕਰਦੀ। ਸਮਾਂ ਉਹ ਸੀ ਜਦ ਨਾ ਬਿਜਲੀ, ਬੱਸਾਂ, ਕਾਰਾਂ, ਟੈਲੀਫੋਨ ਵਰਗੀ ਕੋਈ ਚੀਜ਼ ਨਹੀਂ ਬਣੀ ਸੀ। ਇਸ ਲਈ ਸੂਰਜ ਦੇ ਹਿਸਾਬ ਦੇ ਨਾਲ ਹੀ ਸਮੇਂ ਦਾ ਪਤਾ ਕਰ ਲੋਕ ਆਪਣੇ ਘਰਾਂ ਦੇ ਵਿੱਚ ਵਾਪਸ ਆ ਜਾਂਦੇ ਸਨ। ਇੱਕ ਦਿਨ ਰਾਮ ਸਿੰਘ ਜੰਗਲ ਦੇ ਵਿੱਚੋਂ ਨਿਕਲ ਰਿਹਾ ਸੀ ਕਿ ਇੰਨੇ ਸਰਨਾਟੇ ਦੇ ਵਿੱਚੋਂ ਚੀਚੀ ਕਰਦੀ ਆਵਾਜ਼ ਉਸਨੂੰ ਸੁਣਾਈ ਦਿੱਤੀ। ਰਾਮ ਸਿੰਘ ਰੁਕਿਆ ਤੇ ਆਪਣੇ ਸੱਜੇ ਖੱਬੇ ਦੇਖਣ ਲੱਗ ਪਿਆ ਕਿ ਕਿਤੇ ਕੋਈ ਪਿੱਛਾ ਤਾਂ ਨਹੀਂ ਕਰ ਰਿਹਾ। ਰਾਮ ਸਿੰਘ ਨੂੰ ਆਸੇ-ਪਾਸੇ ਕੁਝ ਦਿਖਾਈ ਨਾ ਦਿੱਤਾ। ਉਹ ਫਿਰ ਅੱਗੇ ਵੱਲ ਨੂੰ ਤੁਰ ਪਿਆ। ਰਾਮ ਸਿੰਘ ਨੂੰ ਇੱਕਦਮ ਫਿਰ ਤੋਂ ਆਵਾਜ਼ ਸੁਣਾਈ ਦਿੱਤੀ। ਰਾਮ ਸਿੰਘ ਫਿਰ ਰੁਕਿਆ ਤੇ ਜੰਗਲ ਨੂੰ ਖੰਗਾਲਣ ਦੇ ਲਈ ਤੁਰ ਪਿਆ ਕਿ ਕਿਤੇ ਕਿਸੇ ਨੂੰ ਕੋਈ ਜ਼ਰੂਰਤ ਤਾਂ ਨਹੀਂ। ਉਸਦੇ ਮਨ ਵਿੱਚ ਡਰ ਤਾਂ ਸੀ ਕਿ ਕਿਤੇ ਕੋਈ ਲੁੱਟਣ ਦੀ ਫਿਰਾਕ ਦੇ ਵਿੱਚ ਤਾਂ ਨਹੀਂ ਇਸ ਤਰ੍ਹਾਂ ਪਿੱਛਾ ਕਰ ਰਿਹਾ, ਪਰ ਉਸਨੇ ਹੌਸਲਾ ਰੱਖਦਿਆਂ ਆਵਾਜ਼ ਦਾ ਪਿੱਛਾ ਕੀਤਾ। ਦੇਖਿਆ ਕਿ ਇੱਕ ਚਿੜੀ ਦਰਖਤ ਦੀ ਖੁੱਡ ਦੇ ਵਿੱਚ ਪਈ ਹੈ, ਚੀਚੀ ਕਰ ਰਾਮ ਸਿੰਘ ਨੂੰ ਬੁਲਾ ਰਹੀ ਸੀ। ਰਾਮ ਸਿੰਘ ਨੇ ਉਸ ਚਿੜੀ ਨੂੰ ਚੁੱਕ ਕੇ ਆਪਣੇ ਹੱਥ ਵਿੱਚ ਲੈ ਕੇ ਪਿਆਰ ਕੀਤਾ। ਉਸਨੂੰ ਲੱਗਾ ਕਿ ਸ਼ਾਇਦ ਇਸ ਨੂੰ ਕੋਈ ਸੱਟ ਲੱਗੀ ਹੈ। ਰਾਮ ਸਿੰਘ ਚਿੜੀ ਨੂੰ ਚੁੱਕ ਕੇ ਘਰ ਲੈ ਆਉਂਦਾ ਹੈ। ਲਾਲਟੈਨ ਦੀ ਰੋਸ਼ਨੀ ਦੇ ਵਿੱਚ ਜਦੋਂ ਉਸਨੇ ਚਿੜੀ ਨੂੰ ਦੇਖਿਆ ਤਾਂ ਉਸਦੀ ਚੁੰਝ ਦੇ ਵਿੱਚ ਡੂੰਘਾ ਜ਼ਖਮ ਸੀ। ਉਹ ਠੀਕ ਤਰ੍ਹਾਂ ਪਾਣੀ ਵੀ ਨਹੀਂ ਪੀ ਪਾ ਰਹੀ ਸੀ। ਰਾਮ ਸਿੰਘ ਹਲਦੀ ਤੇ ਜੜੀ ਬੂਟੀਆਂ ਦੀ ਮਲਮ ਬਣਾ ਕੇ ਉਸਦੇ ਜ਼ਖਮ ਤੇ ਲਗਾਉਂਦਾ ਹੈ ਤੇ ਹੌਲੀ-ਹੌਲੀ ਦਿਨਾਂ ਦੇ ਵਿੱਚ ਹੀ ਚਿੜੀ ਨੂੰ ਉਸ ਜ਼ਖਮ ਤੋਂ ਛੁੱਟੀ ਵੀ ਮਿਲ ਜਾਂਦੀ ਹੈ। ਅਸਲ ਵਿੱਚ ਰਾਮ ਸਿੰਘ ਇੱਕ ਅਕਲ ਵਾਲਾ, ਸੂਝ-ਬੂਝ ਤੇ ਪੰਛੀਆਂ ਦੀ ਭਾਸ਼ਾ ਨੂੰ ਸਮਝਣ ਵਾਲਾ ਇਨਸਾਨ ਸੀ। ਲੋਕਾਂ ਦੇ ਦੁੱਖ ਦਰਦ ਨੂੰ ਸਮਝਣ ਦੀ ਸ਼ਕਤੀ ਰੱਖਦਾ ਸੀ। ਜਿਸ ਦਿਨ ਉਹ ਚਿੜੀ ਠੀਕ ਹੋ ਗਈ ਤਾਂ ਉਸਨੇ ਆਸੇ-ਪਾਸਿਓਂ ਤੀਲੇ ਇਕੱਠੇ ਕਰਕੇ ਰਾਮ ਸਿੰਘ ਦੀ ਘਰ ਦੀ ਛੱਤ ਤੇ ਹੀ ਆਪਣਾ ਇੱਕ ਛੋਟਾ ਜਿਹਾ ਆਲਣਾ ਪਾ ਲਿਆ ਤੇ ਉੱਥੇ ਹੀ ਰਹਿਣਾ ਸ਼ੁਰੂ ਹੋ ਗਈ। ਚਿੜੀ ਦੀ ਹਰ ਰੋਜ਼ ਚੀਚੀ ਦੀ ਆਵਾਜ਼ ਬੰਸਰੀ ਬੁੱਢੀ ਨੂੰ ਤੰਗ ਕਰਦੀ। ਉਸ ਤੋਂ ਪਰੇਸ਼ਾਨ ਹੋ ਗਈ। ਉਸਨੇ ਇਸ ਦੀ ਸ਼ਿਕਾਇਤ ਰਾਮ ਸਿੰਘ ਨੂੰ ਕੀਤੀ ਕਿ ਇਸ ਚਿੜੀ ਨੂੰ ਫਿਰ ਤੋਂ ਜੰਗਲ ਦੇ ਵਿੱਚ ਛੱਡ ਕੇ ਆਓ, ਕਿਉਂਕਿ ਇਹ ਹਰ ਰੋਜ਼ ਬਾਹਰੋਂ ਘਾਹ ਇਕੱਠਾ ਕਰਕੇ ਘਰ ਨੂੰ ਗੰਦਾ ਕਰ ਰਹੀ ਹੈ। ਆਪਣੀ ਵਹੁਟੀ ਦੇ ਅੱਗੇ ਰਾਮ ਸਿੰਘ ਦੀ ਇੱਕ ਨਾ ਚੱਲੀ। ਰਾਮ ਸਿੰਘ ਇੱਕ ਦਿਨ ਕੰਮ ਤੇ ਜਾਂਦਾ ਤੇ ਫਿਰ ਤੋਂ ਉਸ ਚਿੜੀ ਨੂੰ ਜੰਗਲ ਦੇ ਵਿੱਚ ਛੱਡ ਕੇ ਆਉਂਦਾ, ਜਿਸ ਤੋਂ ਬਾਅਦ ਰਾਮ ਸਿੰਘ ਦੇ ਘਰ ਸ਼ਾਂਤੀ ਹੋ ਜਾਂਦੀ ਹੈ ਤੇ ਬੰਸਰੀ ਆਪਣੇ ਘਰ ਦੇ ਵਿੱਚ ਬੜੇ ਆਰਾਮ ਨਾਲ ਸੌਂਦੀ ਹੈ। ਇੱਕ ਦਿਨ ਰਾਮ ਸਿੰਘ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਕਿ ਅਚਾਨਕ ਉਹ ਚਿੜੀ ਆ ਕੇ ਉਸਦੇ ਮੋਢੇ ਤੇ ਬੈਠ ਜਾਂਦੀ ਹੈ ਤੇ ਉਸਨੂੰ ਇੱਕ ਸੋਨੇ ਦਾ ਸਿੱਕਾ ਦਿੰਦੀ ਹੈ ਤੇ ਉਸ ਵੱਲ ਦੇਖ ਵਾਪਸ ਉਡਾਰੀ ਮਾਰ ਜਾਂਦੀ ਹੈ। ਰਾਮ ਸਿੰਘ ਨੂੰ ਕੋਈ ਲਾਲਚ ਨਹੀਂ ਹੁੰਦਾ, ਇਸ ਲਈ ਉਹ ਸਿੱਕੇ ਨੂੰ ਜੇਬ ਦੇ ਵਿੱਚ ਪਾ ਕੇ ਆਪਣੇ ਘਰ ਨੂੰ ਤੁਰ ਪੈਂਦਾ ਹੈ। ਘਰ ਪਹੁੰਚ ਜਦੋਂ ਸਿੱਕਾ ਆਪਣੀ ਵਹੁਟੀ ਨੂੰ ਦਿੰਦਾ ਤਾਂ ਉਸਦੀਆਂ ਅੱਖਾਂ ਚਮਕ ਜਾਂਦੀਆਂ ਨੇ, ਕਿਉਂਕਿ ਬੰਸਰੀ ਬੁੱਢੀ ਲਾਲਚੀ ਸੀ। ਉਹ ਰਾਮ ਸਿੰਘ ਦੇ ਕੋਲੋਂ ਸਿੱਕੇ ਦੀ ਕਹਾਣੀ ਬਾਰੇ ਪੁੱਛਦੀ ਹੈ, ਜਿਸ ਨੂੰ ਸੁਣਨ ਤੋਂ ਬਾਅਦ ਉਸਦੇ ਮਨ ਵਿੱਚ ਲਾਲਚ ਹੋਰ ਵੀ ਵੱਧ ਜਾਂਦਾ ਹੈ। ਉਹ ਹਰ ਰੋਜ਼ ਉਸ ਚਿੜੀ ਦੇ ਕੋਲੋਂ ਸੋਨੇ ਦਾ ਸਿੱਕਾ ਲਿਆਉਣ ਲਈ ਕਹਿੰਦੀ, ਪਰ ਰਾਮ ਸਿੰਘ ਦਾ ਇਸ ਵਿੱਚ ਕੋਈ ਲਾਲਚ ਨਹੀਂ ਸੀ। ਉਹ ਚਿੜੀ ਰਾਮ ਨੂੰ ਅਕਸਰ ਹੀ ਜੰਗਲ ਦੇ ਵਿੱਚ ਮਿਲਦੀ, ਪਰ ਰਾਮ ਸਿੰਘ ਕਦੇ ਉਸ ਨਾਲ ਕੋਈ ਜ਼ਿਕਰ ਨਹੀਂ ਕਰਦਾ। ਰਾਮ ਸਿੰਘ ਨੂੰ ਪਤਾ ਸੀ ਕਿ ਚਿੜੀ ਉਸ ਨੂੰ ਪਸੰਦ ਕਰਦੀ ਹੈ, ਇਸ ਲਈ ਉਸ ਕੋਲ ਆ ਕੇ ਮਿਲ ਕੇ ਤੇ ਵਾਪਸ ਚਲੀ ਜਾਂਦੀ ਹੈ। ਰਾਮ ਸਿੰਘ ਦੀ ਵਹੁਟੀ ਹਰ ਰੋਜ਼ ਸਿੱਕੇ ਲਈ ਪੁੱਛਦੀ, ਪਰ ਉਹ ਕੋਈ ਤਸੱਲੀ ਬਖਸ਼ ਜਵਾਬ ਨਾ ਦਿੰਦਾ, ਜਿਸ ਤੋਂ ਬਾਅਦ ਤੰਗ ਆ ਕੇ ਬੰਸਰੀ ਰਾਮ ਸਿੰਘ ਨੂੰ ਬੁਰਾ ਭਲਾ ਆਖਦੀ ਹੈ। ਰਾਮ ਸਿੰਘ ਪਰੇਸ਼ਾਨ ਹੋ ਕੇ ਜੰਗਲ ਦੇ ਵੱਲ ਤੁਰ ਪੈਂਦਾ ਹੈ ਤੇ ਇੱਕ ਦਰਖਤ ਦੀ ਛਾਂ ਹੇਠ ਬੈਠ ਜਾਂਦਾ ਹੈ। ਅਚਾਨਕ ਉਹ ਚਿੜੀ ਫਿਰ ਤੋਂ ਰਾਮ ਸਿੰਘ ਦੇ ਕੋਲ ਆ ਬੈਠਦੀ ਹੈ
ਚਿੜੀ ਦੇ ਬਾਰ-ਬਾਰ ਪੁੱਛਣ ਤੇ ਰਾਮ ਸਿੰਘ ਦੱਸਦਾ ਹੈ ਕਿ ਉਸਦੀ ਵਹੁਟੀ ਉਸਨੂੰ ਸਿੱਕਿਆਂ ਦੇ ਲਈ ਪਰੇਸ਼ਾਨ ਕਰ ਰਹੀ ਹੈ, ਇਸ ਲਈ ਉਹ ਪਰੇਸ਼ਾਨੀ ਦੇ ਵਿੱਚ ਇੱਥੇ ਆ ਕੇ ਬੈਠ ਗਿਆ। ਪਤਾ ਨਹੀਂ ਚਿੜੀ ਦੇ ਮਨ ਵਿੱਚ ਉਸ ਦਿਨ ਕੀ ਆਉਂਦਾ, ਉਹ ਉਡਾਰੀ ਮਾਰ ਕੇ 2 ਸਿੱਕੇ ਆਪਣੀ ਚੁੰਝ ਦੇ ਵਿੱਚ ਭਰ ਕੇ ਰਾਮ ਸਿੰਘ ਦੇ ਪੈਰਾਂ ਦੇ ਥੱਲੇ ਰੱਖ ਦਿੰਦੀ ਹੈ ਤੇ ਕਹਿੰਦੀ ਹੈ, ਇਹਨਾਂ ਨੂੰ ਲੈ ਜਾ ਤੇ ਜੇਕਰ ਤੇਰੀ ਵਹੁਟੀ ਨੂੰ ਹੋਰ ਸਿੱਕੇ ਚਾਹੀਦੇ ਹੋਣ ਤਾਂ ਅਗਲੇ ਐਤਵਾਰ ਨੂੰ ਦਿਨੇ ਤੂੰ ਮੇਰੇ ਕੋਲ ਇਸੇ ਜੰਗਲ ਦੇ ਵਿੱਚ ਆ ਜਾਵੀਂ ਤੇ ਸ਼ਾਮ ਨੂੰ ਤੇਰੀ ਵਹੁਟੀ ਬੰਸਰੀ ਨੂੰ ਆਉਣ ਦਾ ਸੁਨੇਹਾ ਦੇ ਦੇ। ਇਹਨਾਂ ਕਹਿ ਕੇ ਚਿੜੀ ਉਡਾਰੀ ਮਾਰ ਜਾਂਦੀ ਹੈ। ਉਸ ਦਿਨ ਕੰਮ ਤੇ ਨਾ ਜਾ ਕੇ ਰਾਮ ਸਿੰਘ ਵਾਪਸ ਆਪਣੇ ਘਰ ਨੂੰ ਆ ਜਾਂਦਾ ਹੈ ਤੇ 2 ਸਿੱਕੇ ਆਪਣੀ ਵਹੁਟੀ ਨੂੰ ਦੇ ਚਿੜੀ ਦੇ ਆਖੇ ਸ਼ਬਦ ਉਸ ਨੂੰ ਦੱਸ ਦਿੰਦਾ ਹੈ। ਬੰਸਰੀ ਬੁੱਢੀ ਸੁਣ ਕੇ ਬਹੁਤ ਖੁਸ਼ ਹੁੰਦੀ ਹੈ ਕਿ ਅਗਲੇ ਹਫਤੇ ਹੋਰ ਸਿੱਕੇ ਜਦ ਮਿਲਣਗੇ ਤਾਂ ਉਹ ਅਮੀਰ ਹੋ ਜਾਵੇਗੀ। ਬਸ ਉਸ ਦਿਨ ਤੋਂ ਅਗਲੇ ਐਤਵਾਰ ਦੀ ਉਡੀਕ ਦੇ ਵਿੱਚ ਰਹਿੰਦੀ ਹੈ। ਹਰ ਵੇਲੇ ਸੋਨੇ ਦੇ ਸਿੱਕੇ ਹੀ ਉਸਦੇ ਦਿਮਾਗ ਦੇ ਵਿੱਚ ਘੁੰਮਦੇ ਨੇ। ਠੀਕ 6 ਦਿਨ ਬਾਅਦ ਐਤਵਾਰ ਆਉਂਦਾ ਹੈ। ਚਿੜੀ ਦੇ ਦੱਸੇ ਦੇ ਮੁਤਾਬਿਕ ਪਹਿਲਾਂ ਰਾਮ ਸਿੰਘ ਆਪਣੇ ਘਰੋਂ ਨਿਕਲਦਾ ਹੈ ਤੇ ਚਿੜੀ ਜੰਗਲ ਦੇ ਵਿੱਚ ਪਹਿਲਾਂ ਹੀ ਉਸਦੀ ਉਡੀਕ ਕਰ ਰਹੀ ਹੁੰਦੀ ਹੈ। ਦੂਜੇ ਪਾਸੇ ਰਾਮ ਸਿੰਘ ਦੀ ਵਹੁਟੀ ਕੋਲੋਂ ਇੰਤਜ਼ਾਰ ਤਾਂ ਹੁੰਦਾ ਨਹੀਂ ਤੇ ਉਹ ਵੀ ਉਸਦਾ ਪਿੱਛਾ ਕਰ ਪਹੁੰਚ ਜਾਂਦੀ ਹੈ ਜੰਗਲ ਦੇ ਵਿੱਚ। ਬੰਸਰੀ ਦੂਰ ਖੜੀ ਰਾਮ ਸਿੰਘ ਨੂੰ ਦੇਖ ਰਹੀ ਹੁੰਦੀ ਹੈ। ਉਹ ਦੇਖਦੀ ਹੈ ਰਾਮ ਸਿੰਘ ਉਸ ਚਿੜੀ ਦੇ ਨਾਲ ਗੱਲ ਕਰ ਰਿਹਾ ਹੈ ਤੇ ਅਚਾਨਕ ਉਹ ਚਿੜੀ ਆਦਮੀ ਦਾ ਰੂਪ ਧਾਰਨ ਕਰ ਲੈਂਦੀ ਹੈ। ਇਹ ਦੇਖ ਬੰਸਰੀ ਦੀਆਂ ਅੱਖਾਂ ਚੁੰਦਲਾ ਜਾਂਦੀਆਂ ਨੇ, ਪਰ ਰਾਮ ਸਿੰਘ ਦੀ ਉਹ ਗੱਲ ਨਹੀਂ ਸੁਣ ਪਾਉਂਦੀ। ਦੂਜੇ ਪਾਸੇ ਰਾਮ ਸਿੰਘ ਨੂੰ ਚਿੜੀ ਤੋਂ ਆਦਮੀ ਬਣਿਆ ਵਿਅਕਤੀ ਦੱਸਦਾ ਹੈ ਕਿ ਉਹ ਪਿਛਲੇ ਜਨਮ ਦੇ ਵਿੱਚ ਬੜਾ ਵੱਡਾ ਸ਼ਾਹੂਕਾਰ ਸੀ ਤੇ ਉਹ ਉਸਦਾ ਸਭ ਤੋਂ ਖਾਸ ਆਦਮੀ ਸੀ। ਪਰ ਪੈਸੇ ਦੇ ਲਾਲਚ ਵਿੱਚ ਬੰਸਰੀ ਬੁੱਢੀ, ਜੋ ਕਿ ਇਸ ਸਮੇਂ ਰਾਮ ਸਿੰਘ ਦੀ ਵਹੁਟੀ ਹੈ, ਉਹ ਪਿਛਲੇ ਜਨਮ ਦੇ ਵਿੱਚ ਉਸਦੀ ਭੈਣ ਲੱਗਦੀ ਸੀ, ਜਿਸਨੇ ਪਿਛਲੇ ਜਨਮ ਦੇ ਵਿੱਚ ਪੈਸੇ ਤੇ ਸੋਨੇ ਦੇ ਗਹਿਣਿਆਂ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ। ਇਸ ਲਈ ਉਸ ਦੀ ਆਤਮਾ ਅੱਜ ਵੀ ਚਿੜੀ ਬਣ ਕੇ ਇਸੇ ਥਾਂ ਤੇ ਭਟਕ ਰਹੀ ਹੈ, ਕਿਉਂਕਿ ਇਹ ਜੰਗਲ ਪਿਛਲੇ ਜਨਮ ਦੇ ਵਿੱਚ ਕਦੇ ਉਸਦੇ ਘਰ ਦੀ ਥਾਂ ਹੋਇਆ ਕਰਦਾ ਸੀ। ਉਹ ਵਿਅਕਤੀ ਰਾਮ ਸਿੰਘ ਨੂੰ ਉਸਦੇ ਪਿੱਛੇ ਆਉਣ ਦੇ ਲਈ ਕਹਿੰਦਾ ਹੈ ਤੇ ਗੁਫਾ ਦੇ ਅੰਦਰ ਦਾਖਲ ਹੋ ਜਾਂਦਾ ਹੈ। ਰਾਮ ਸਿੰਘ ਵੀ ਉਸਦੇ ਪਿੱਛੇ ਚਲੀ ਜਾਂਦਾ ਹੈ। ਜਦ ਹੀ ਉਹ ਗੁਫਾ ਦੇ ਅੰਦਰ ਪਹੁੰਚਦਾ ਹੈ ਤਾਂ ਪਿਛਲੇ ਜਨਮ ਦੀ ਸਾਰੀ ਕਹਾਣੀ ਰਾਮ ਸਿੰਘ ਦੀਆਂ ਅੱਖਾਂ ਅੱਗੇ ਆ ਜਾਂਦੀ ਹੈ। ਰਾਮ ਸਿੰਘ ਨੂੰ ਸਮਝ ਆ ਗਿਆ ਸੀ ਕਿ ਇਹ ਉਸਦਾ ਪਿਛਲੇ ਜਨਮ ਵਾਲਾ ਸ਼ਾਹੂਕਾਰ ਮਾਲਕ ਹੈ। ਰਾਮ ਸਿੰਘ ਦੇ ਪਿੱਛੇ ਬੰਸਰੀ ਵੀ ਚੋਰੀ ਗੁਫਾ ਦੇ ਅੰਦਰ ਦਾਖਲ ਹੁੰਦੀ ਹੈ ਤੇ ਗੁਫਾ ਦੇ ਅੰਦਰ ਸੋਨੇ ਦੇ ਸਿੱਕਿਆਂ ਦਾ ਢੇਰ ਦੇਖ ਖੁਸ਼ ਤੇ ਹੈਰਾਨ ਹੋ ਜਾਂਦੀ ਹੈ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਬੰਸਰੀ ਪਾਗਲ ਹੋ ਗਈ ਹੈ। ਇਹ ਸਭ ਕੁਝ ਦੇਖ ਚੁੱਪਚਾਪ ਰਾਮ ਸਿੰਘ ਉਸ ਗੁਫਾ ਦੇ ਵਿੱਚੋਂ ਬਾਹਰ ਆ ਜਾਂਦਾ ਹੈ। ਗੁਫਾ ਦੇ ਬਾਹਰ ਆਉਂਦਿਆਂ ਹੀ ਜਦ ਰਾਮ ਸਿੰਘ ਪਿੱਛੇ ਮੁੜ ਆਪਣੀ ਵਹੁਟੀ ਬੰਸਰੀ ਨੂੰ ਆਵਾਜ਼ ਲਗਾਉਂਦਾ ਹੈ ਤਾਂ ਅਚਾਨਕ ਉਸ ਗੁਫਾ ਦੀ ਥਾਂ ਸਿਰਫ ਜੰਗਲ ਹੀ ਨਜ਼ਰ ਆਉਂਦਾ ਹੈ। ਉਸ ਥਾਂ ਗੁਫਾ ਦਾ ਨਾਮੋ ਨਿਸ਼ਾਨ ਤੱਕ ਨਹੀਂ ਰਹਿੰਦਾ। ਰਾਮ ਸਿੰਘ ਨੂੰ ਬਸ ਉਹ ਚਿੜੀ ਇੱਕ ਵਾਰ ਫਿਰ ਆ ਮਿਲਦੀ ਹੈ ਤੇ ਕਹਿੰਦੀ ਹੈ, ਅੱਜ ਮੇਰੀ ਆਤਮਾ ਨੂੰ ਸ਼ਾਂਤੀ ਮਿਲ ਗਈ। ਮੈਂ ਕਈ ਸਾਲਾਂ ਤੋਂ ਇੱਥੇ ਭਟਕ ਰਿਹਾ ਸੀ। ਅੱਜ ਜਦ ਮੇਰਾ ਬਦਲਾ ਪੂਰਾ ਹੋ ਗਿਆ, ਮੈਂ ਆਪਣੀ ਅਸਲ ਥਾਂ ਤੇ ਜਾ ਰਿਹਾ। ਤੇ ਉਹ ਚਿੜੀ ਰਾਮ ਸਿੰਘ ਨੂੰ ਸੋਨੇ ਦੇ ਸਿੱਕਿਆਂ ਦਾ ਕੜਾ ਦੇ ਕੇ ਉੱਥੋਂ ਉਡਾਰੀ ਮਾਰ ਜਾਂਦਾ ਹੈ ਤਾਂ ਕਿ ਰਾਮ ਸਿੰਘ ਬਾਕੀ ਦੀ ਜ਼ਿੰਦਗੀ ਆਰਾਮ ਨਾਲ ਕੱਟ ਸਕੇ। ਤੇ ਇੰਨਾ ਕਹਿ ਉਹ ਅਲੋਪ ਹੋ ਜਾਂਦੀ ਹੈ। ਉਸ ਦਿਨ ਤੋਂ ਬਾਅਦ ਨਾ ਕਦੇ ਉਹ ਚਿੜੀ ਰਾਮ ਸਿੰਘ ਨੂੰ ਦਿਖੀ, ਨਾ ਹੀ ਮਿਲੀ ਤੇ ਨਾ ਹੀ ਰਾਮ ਸਿੰਘ ਦੁਬਾਰਾ ਉਸ ਜੰਗਲ ਵੱਲ ਗਿਆ। ਉਸ ਦਿਨ ਸਾਡੀ ਨਾਨੀ ਨੇ ਇੱਕ ਕਹਾਣੀ ਦੇ ਵਿੱਚ ਜਿਨ ਗੱਲਾਂ ਦਾ ਮਤਲਬ ਸਮਝਾ ਦਿੱਤਾ ਸੀ ਕਿ ਲਾਲਚ ਬੁਰੀ ਬਲਾ ਹੈ, ਜਿਸ ਕਾਰਨ ਰਾਮ ਸਿੰਘ ਦੀ ਵਹੁਟੀ ਦੀ ਜਾਨ ਚਲੀ ਗਈ। ਦੂਜਾ, ਕਦੇ ਕਿਸੇ ਦਾ ਬੁਰਾ ਨਾ ਕਰੋ, ਕਿਉਂਕਿ ਕਿਸੇ ਨਾਲ ਕੀਤੇ ਮਾੜੇ ਦਾ ਭੁਗਤਾਨ ਤੁਹਾਨੂੰ ਹਰ ਹਾਲ ਦੇ ਵਿੱਚ ਕਰਨਾ ਪਵੇਗਾ। ਤੇ ਤੀਜਾ, ਇਮਾਨਦਾਰੀ ਦੀ ਹਮੇਸ਼ਾ ਜਿੱਤ ਹੁੰਦੀ ਹੈ, ਜਿਸ ਕਾਰਨ ਰਾਮ ਸਿੰਘ ਨੂੰ ਪਿਛਲੇ ਜਨਮ ਦੀ ਚੰਗਿਆਈ ਦਾ ਫਲ ਇਸ ਜਨਮ ਸੋਨੇ ਦੇ ਸਿੱਕਿਆਂ ਦੇ ਰੂਪ ਵਿੱਚ ਮਿਲ ਗਿਆ ਸੀ। ਤੇ ਉਸ ਦਿਨ ਤੋਂ ਹੀ ਉਹ 3 ਗੱਲਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪੱਲੇ ਬੰਨ੍ਹ ਲਈਆਂ। ਤੇ ਕਿਸ ਤਰ੍ਹਾਂ ਦੀ ਲੱਗੀ ਅੱਜ ਦੀ ਕਹਾਣੀ, ਕਮੈਂਟ ਬਾਕਸ ਦੇ ਵਿੱਚ ਤੁਸੀਂ ਮੈਨੂੰ ਜ਼ਰੂਰ ਦੱਸ ਸਕਦੇ ਹੋ। ਜੇਕਰ ਤੁਹਾਡੇ ਕੋਲ ਵੀ ਕੋਈ ਕਹਾਣੀ ਹੈ ਜਿਸ ਨੂੰ ਤੁਸੀਂ ਮੇਰੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ love23land@gmail.com ਤੇ ਮੇਲ ਕਰ ਸਕਦੇ ਹੋ। ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਸਬਸਕ੍ਰਾਈਬ ਕਰੋ ਤੇ ਹਾਂ, ਰੈਡ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਕਿ ਤੁਸੀਂ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਪਾ ਸਕੋ। ਮੇਰੀਆਂ ਕਹਾਣੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ, ਆਪਣੇ ਪਰਿਵਾਰ ਦੋਸਤਾਂ ਦੇ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬਣ ਜਾਓ ਲਵ 23 ਲੈਂਡ ਫੈਮਿਲੀ ਦਾ ਹਿੱਸਾ। ਲਵ 23 ਲੈਂਡ, ਦਿਲ ਸੇ ਬਾਈ ਨੀਲੂ।